everyone. Today we will discuss a cue card and our today cue card is describe about a talkative person you know means ਅਸੀਂ ਅੱਜ ਉਸ ਪਰਸਨ ਦੇ ਬਾਰੇ ਗੱਲ ਕਰਾਂਗੇ ਜਿਹੜਾ ਬਹੁਤ ਜ਼ਿਆਦਾ ਬੋਲਦਾ ਹੈ ਟਾਕੇਟਿਵ ਪਰਸਨ ਹੈਗਾ ਹੈ। ਸਾਡਾ ਫਰਸਟ ਕੁਐਸਚਨ ਆ who is he or she ਉਹ ਕੌਣ ਹੈ। ਸੈਕੰਡ ਵਨ ਇਜ਼ how do you know him or her ਤੁਸੀਂ ਉਹਨੂੰ ਕਿਵੇਂ ਜਾਣਦੇ ਹੋ। ਐਂਡ ਦ ਥਰਡ ਵਨ ਇਜ਼ do you like him or her ਤੁਸੀਂ ਉਹਨੂੰ ਪਸੰਦ ਕਰਦੇ ਹੋ ਜਿਹੜਾ ਵੀ ਪਰਸਨ ਟਾਕੇਟਿਵ ਹੈ। ਹੁਣ ਦੇਖੋ ਇੱਥੇ ਸਾਡਾ ਵਰਡ ਹੈਗਾ ਟਾਕੇਟਿਵ। ਟਾਕੇਟਿਵ ਦੇ ਸਿਨੋਨਿਮ ਤੁਹਾਨੂੰ ਬਹੁਤ ਜ਼ਿਆਦਾ ਜ਼ਰੂਰਤ ਪੈਣ ਵਾਲੀ ਹੈ ਇਸ ਕਿਊ ਕਾਰਡ ਦੇ ਵਿੱਚ ਕਿਉਂਕਿ ਇੱਥੇ ਵਾਰ-ਵਾਰ ਟਾਕੇਟਿਵ ਅਗਰ ਤੁਸੀਂ ਬੋਲੋਗੇ ਤਾਂ ਤੁਹਾਡੇ ਰੈਪੀਟੀਸ਼ਨ ਹੋ ਜਾਏਗੀ ਔਰ ਅਗਰ ਰੈਪੀਟੀਸ਼ਨ ਹੋਏਗੀ ਤਾਂ ਡੈਫੀਨਿਟਲੀ ਤੁਹਾਡੇ ਬੈਂਡ ਜਿਹੜੇ ਡਿਟੈਕਟ ਹੋਣਗੇ। ਤੁਸੀਂ ਹੋਰ ਟਾਕੇਟਿਵ ਨੂੰ ਕੀ ਕਹਿ ਸਕਦੇ ਹੋ ਬਲੈਬਰ ਮਾਊਥ, motor mouth, garrulous, loquacious, chatterbox, and the last one is chatty person. ਇਹ ਸਾਡੇ ਨੇ ਸਿਨੋਨਿਮ ਕਿ ਅਸੀਂ ਟਾਕੇਟਿਵ ਨੂੰ ਹੋਰ ਕੀ ਬੋਲ ਸਕਦੇ ਆ ਬਲੈਬਰ ਮਾਊਥ, ਮੋਟਰ ਮਾਊਥ, ਗੈਰੂਲਸ, ਲਿਕੁਇਸ਼ੀਅਸ, ਚੈਟਰ ਬਾਕਸ ਐਂਡ ਦ ਚੈਟੀ ਪਰਸਨ। ਹੁਣ ਅਸੀਂ ਗੱਲ ਕਰਾਂਗੇ ਟਾਕੇਟਿਵ ਪਰਸਨ ਦੇ ਬਾਰੇ ਕਿਉਂਕਿ ਇਹ ਸਾਡੀ ਜਨਰਲ ਲਾਈਨ ਹੋਏਗੀ ਮੇਨਲੀ ਪਰਸਨੈਲਿਟੀਜ਼ ਤੇ। ਜਿਵੇਂ ਸਾਡੀ ਜਨਰਲ ਲਾਈਨ ਆ ਵਰਡ ਇਜ਼ ਅ ਬੈਗ ਫੁੱਲ ਆਫ ਡਿਸਟਿੰਕਟ ਪਰਸਨੈਲਿਟੀ। ਜਿਹੜਾ ਸੰਸਾਰ ਹੈਗਾ ਇੱਕ ਬੈਗ ਦੀ ਤਰ੍ਹਾਂ ਹੈ ਜਿਹਦੇ ਵਿੱਚ ਅਲੱਗ-ਅਲੱਗ ਡਿਸਟਿੰਕਟ मतलब different personalities ਹੁੰਦੇ ਨੇ। some are busy bees, egg-headed, introvert, extrovert and ambivert। here busy bees मतलब ਜਿਹੜੇ ਬਹੁਤ ਜ਼ਿਆਦਾ ਬਿਜ਼ੀ ਰਹਿੰਦੇ ਨੇ ਆਪਣੇ ਕੰਮ ਦੇ ਵਿੱਚ। egg-headed ਉਹ ਪਰਸਨ ਹੁੰਦੇ ਨੇ ਜਿਹੜੇ ਸਮਾਰਟ ਵੀ ਹੋਣ ਐਂਡ ਇੰਟੈਲੀਜੈਂਟ ਵੀ ਹੋਣ ਔਰ introvert ਉਹ ਪਰਸਨ ਹੁੰਦੇ ਨੇ ਜਿਹੜੇ ਕਿਸੇ ਨਾਲ ਮਿਲਣਾ ਜੁਲਣਾ ਪਸੰਦ ਨਹੀਂ ਕਰਦੇ, ਕਿਸੇ ਨਾਲ ਗੱਲ ਕਰਨਾ ਪਸੰਦ ਨਹੀਂ ਕਰਦੇ। ਮੋਸਟਲੀ ਉਹ ਆਪਣੇ ਕਮਰੇ ਦੇ ਵਿੱਚ ਜਾਂ ਆਪਣੇ ਘਰ ਦੇ ਵਿੱਚ ਹੀ ਰਹਿੰਦੇ ਨੇ, ਉਹਨਾਂ ਨੂੰ ਫਰੈਂਡਸ ਬਣਾਉਣੇ ਪਸੰਦ ਨਹੀਂ ਹੁੰਦੇ। ਐਂਡ ਐਕਸਟਰੋਵਰਟ ਜਿਹੜੇ ਦੂਜਿਆਂ ਦੇ ਨਾਲ ਮਿਲਣਾ ਜੁਲਣਾ ਪਸੰਦ ਕਰਦੇ ਨੇ, ਉਹਨਾਂ ਨੂੰ ਦੂਜਿਆਂ ਲੋਕਾਂ ਦੇ ਨਾਲ ਨਵੇਂ ਲੋਕਾਂ ਦੇ ਨਾਲ ਮਿਲਣਾ ਵਧੀਆ ਲੱਗਦਾ ਹੈ। ਐਂਡ ਦ ਐਂਬੀਵਰਟ ਇਜ਼ ਦ ਕੰਬੀਨੇਸ਼ਨ ਆਫ ਇੰਟਰੋਵਰਟ ਐਂਡ ਦ ਐਕਸਟਰੋਵਰਟ ਜਿਹੜੇ ਇਨੀਸ਼ੀਅਲੀ ਹੈਜ਼ੀਟੇਟ ਤਾਂ ਫੀਲ ਕਰਦੇ ਨੇ ਬਟ ਜਦੋਂ ਕਿਸੇ ਨਾਲ ਮਿਕਸਅਪ ਹੋ ਜਾਣ ਤਾਂ ਉਹ ਐਕਸਟਰੋਵਰਟ ਹੋ ਜਾਂਦੇ ਨੇ। then ਸਾਡੀ ਨੈਕਸਟ ਲਾਈਨ ਹੋਏਗੀ I have met numerous people in my life ਮੈਂ ਬਹੁਤ ਸਾਰੇ ਲੋਕਾਂ ਨੂੰ ਆਪਣੀ ਲਾਈਫ ਦੇ ਵਿੱਚ ਮਿਲਿਆ ਹੈ but today I would like to talk about a talkative person this person is my bosom friend ਜਾਂ buddy means ਅੱਜ ਮੈਂ ਗੱਲ ਕਰਾਂਗਾ ਇੱਕ ਪਰਸਨ ਬਾਰੇ ਜਿਹੜਾ ਬਹੁਤ ਹੀ ਟਾਕੇਟਿਵ ਹੈ। ਉਹ ਕੌਣ ਹੈ? ਉਹ ਮੇਰਾ ਇੱਕ ਫਰੈਂਡ ਹੈ ਜਾਂ ਤੁਸੀਂ ਬੋਲ ਸਕਦੇ ਹੋ ਮੇਰਾ ਇੱਕ ਬਡੀ ਹੈ। I think that garrulous people are more transparent as they speak their heart out। ਮੈਨੂੰ ਐਵੇਂ ਲੱਗਦਾ ਹੈ ਕਿ ਜਿਹੜੇ ਗੈਰੂਲਸ ਪਰਸਨ ਹੁੰਦੇ ਨੇ, ਗੈਰੂਲਸ ਤੁਹਾਨੂੰ ਪਹਿਲਾਂ ਹੀ ਦੱਸਿਆ ਕਿ ਸਿਨੋਨਿਮ ਹੈਗਾ ਟਾਕੇਟਿਵ ਦਾ ਮਤਲਬ ਜਿਹੜੇ ਲੋਕੀ ਜ਼ਿਆਦਾ ਬੋਲਦੇ ਨੇ ਉਹ ਕੀ ਕਰਦੇ ਨੇ ਉਹ ਆਪਣਾ ਹਾਰਟ ਮਤਲਬ ਕਿ ਓਪਨ ਹਾਰਟਡ ਹੁੰਦੇ ਨੇ। ਜੋ ਉਹਨਾਂ ਦੇ ਦਿਲ 'ਚ ਆ ਉਹ ਬੋਲ ਦਿੰਦੇ ਨੇ, ਆਪਣੇ ਦਿਲ ਦੇ ਵਿੱਚ ਕੋਈ ਗੱਲ ਨਹੀਂ ਰੱਖਦੇ। ਇਸ ਕਰਕੇ ਬੋਲਿਆ ਗਿਆ ਕਿ ਉਹ ਜ਼ਿਆਦਾ ਟਰਾਂਸਪੇਰੈਂਟ ਹੁੰਦੇ ਨੇ। ਕਿਉਂ ਟਰਾਂਸਪੇਰੈਂਟ ਹੁੰਦੇ ਨੇ? ਕਿਉਂਕਿ ਉਹ ਆਪਣੇ ਦਿਲ ਦੀ ਗੱਲ ਜਿਹੜੀ ਬਿਲਕੁਲ ਸਾਹਮਣੇ ਰੱਖਦੇ ਨੇ। His name is Pawan and he live in the same society as mine। ਉਹਦਾ ਨੇਮ ਪਵਨ ਆ ਔਰ ਉਹ ਸੇਮ ਸੋਸਾਇਟੀ ਦੇ ਵਿੱਚ ਰਹਿੰਦਾ ਜਿਹਦੇ ਵਿੱਚ ਮੈਂ ਰਹਿੰਦੀ ਆ। I know him since my childhood। We studied together till +2 and still now we are fast friends। means ਅਸੀਂ ਇੱਕ ਦੂਜੇ ਨੂੰ ਬਚਪਨ ਤੋਂ ਜਾਣਦੇ ਆ ਐਂਡ ਅਸੀਂ ਇਕੱਠੇ ਹੀ ਪੜ੍ਹੇ ਆ ਕਿੱਥੋਂ ਤੱਕ till +2 means +2 ਤੱਕ ਅਸੀਂ ਇਕੱਠੇ ਪੜ੍ਹੇ ਆ ਐਂਡ still now ਹਾਲੇ ਵੀ ਵੀ ਆਰ ਫਾਸਟ ਫਰੈਂਡ ਮੀਨਸ ਅਸੀਂ ਹਜੇ ਵੀ ਪੱਕੇ ਦੋਸਤ ਹਾਂ। ਫਾਸਟ ਫਰੈਂਡ ਵਰਤਿਆ ਜਾਂਦਾ ਹੈ ਕਿ ਅਜੇ ਅਸੀਂ ਹਾਲੇ ਵੀ ਚੰਗੇ ਦੋਸਤ ਹੈਗੇ ਆ ਨਾ। ਉਸ ਤੋਂ ਨੈਕਸਟ ਹੈ our friendship is like opposite attract as both of us are quite different। ਜਿਹੜੀ ਸਾਡੀ ਦੋਸਤੀ ਹੈ ਉਹ ਇਦਾਂ ਦੀ ਹੈ ਕਿ ਜਿੱਦਾਂ ਆਪੋਜ਼ਿਟ ਜਿਹੜੇ ਇੱਕ ਦੂਜੇ ਨੂੰ ਅਟਰੈਕਟ ਕਰਦੇ ਨੇ ਬਿਕਾਜ਼ ਜਿਹੜੀ ਸਾਡੀ ਪਰਸਨੈਲਿਟੀ ਹੈਗੀ ਦੋਨਾਂ ਦੀ ਉਹ ਕੁਆਇਟ ਡਿਫਰੈਂਟ ਹੈਗੀ ਆ ਮਤਲਬ ਬਹੁਤ ਜ਼ਿਆਦਾ ਡਿਫਰੈਂਟ ਹੈਗੀ ਆ ਕਿ ਮੈਂ ਜਿਹੜਾ ਹੈ ਉਹ ਇੰਟਰੋਵਰਟ ਪਰਸਨ ਹੈਗਾ ਆ ਔਰ ਉਹ ਐਕਸਟਰੋਵਰਟ ਪਰਸਨੈਲਿਟੀ ਉਹਦੀ ਹੈਗੀ ਆ। then I really admire him as he is very intelligent। मैं उन्हें बहुत ज़्यादा पसंद करता है। एडमायर का मतलब होता है लाइक करना है, पसंद करता है। एज ही इज़
इज़ वेरी इंटैलीजेंट, क्योंकि वो बहुत ज़्यादा इंटैलीजेंट है। ही इज़ गुड एट सिंगिंग एंड एक्टिंग, वो सिंगिंग विच भी बहुत वधिया ते एक्टिंग विच भी बहुत वधिया है। एज वी कैन से दैट ही इज़ अ जैक ऑफ ऑल ट्रेड्स। ये तुहानूं पहला भी ईडियम करवा चुकी है कि जैक ऑफ ऑल ट्रेड आपां कहने आ मल्टी टैलेंटेड पर्सन, मल्टी टैलेंटेड। ਇਹਦਾ मतलब है कि ਅਸੀਂ कह सकते हैं कि वो ਜਿਹੜਾ ਉਹ जैक ऑफ ऑल ट्रेड हैगा है, मतलब मल्टी टैलेंटेड है, क्योंकि ਉਹਨੂੰ सिंगिंग भी आती है, इंटैलीजेंट भी है और ਉਹਨੂੰ एक्टिंग भी आती है। I always thought of him as a very bright person who has the potential to achieve almost anything he want। मैं ਜਦੋਂ भी ਉਸ ਬਾਰੇ ਸੋਚਦਾ ਹਾਂ ਕਿ ਉਹ ਇੱਕ ਬਹੁਤ ਹੀ ਜ਼ਿਆਦਾ ਬ੍ਰਾਈਟ ਪਰਸਨ ਹੈਗਾ ਹੈ, ਬਹੁਤ ਹੀ ਜ਼ਿਆਦਾ ਵਧੀਆ ਪਰਸਨ ਹੈਗਾ ਹੈ। ਕਿਉਂ? क्योंकि ਉਹਦੇ 'ਚ ਇੰਨੀ ਕੈਪੇਬਿਲਿਟੀ ਹੈਗੀ ਹੈ, ਇੰਨੀ ਪੋਟੈਂਸ਼ੀਅਲ ਹੈਗੀ ਆ ਕਿ ਉਹ ਕੁਝ ਵੀ ਅਚੀਵ ਕਰ ਸਕਦਾ ਹੈ ਜਿਹੜਾ ਵੀ ਉਹ ਚਾਹੁੰਦਾ ਹੈ। ਪੋਟੈਂਸ਼ੀਅਲ ਦਾ ਮਤਲਬ ਹੁੰਦਾ ਹੈ ਕੈਪੇਬਿਲਿਟੀ, ਜਾਂ ਤੁਸੀਂ ਦੱਸ ਸਕਦੇ ਹੋ ਕਿ ਉਹਦੇ 'ਚ ਇੰਨੀ ਕਪੈਸਿਟੀ ਹੈਗੀ ਆ, ਜਾਂ ਉਹਦੇ 'ਚ ਇੰਨਾ ਗੁਣ ਹੈਗਾ ਹੈ ਕਿ ਉਹ ਕੋਈ ਵੀ ਚੀਜ਼ ਅਚੀਵ ਕਰ ਸਕਦਾ ਹੈ ਜੋ ਵੀ ਉਹ ਚਾਹੁੰਦਾ ਹੈ। ਆਈ ਐਡਮਾਇਰ ਹਿਮ ਦ ਮੋਸਟ, ਮੈਂ ਇਹਨੂੰ ਬਹੁਤ ਹੀ ਜ਼ਿਆਦਾ ਪਸੰਦ ਕਰਦਾ ਹਾਂ। ਮੋਰ ਓਵਰ, ਇਸ ਤੋਂ ਇਲਾਵਾ ਇੱਕ ਗੱਲ ਖਿਆਲ ਦੇ ਵਿੱਚ ਰੱਖਣੀ ਆ, ਮੋਰ ਓਵਰ ਇਨ ਸਪਾਈਟ ਆਫ ਦਿਸ, ਇਵੇਂ ਦੇ ਜਿਹੜੇ ਅਸੀਂ ਕਨੈਕਟਰਸ ਲਾਉਂਦੇ ਇਹ ਸਾਡੇ LR ਦੇ ਵਿੱਚ ਇਨਕਲੂਡ ਹੁੰਦੇ ਆ। ਅਗਰ ਤਾਂ ਤੁਸੀਂ ਸਪੀਕਿੰਗ ਨੂੰ ਹੋਰ ਵੀ ਇੰਪ੍ਰੈਸਿਵ ਬਣਾਉਣਾ ਤਾਂ LR ਦੇ ਸਾਰੇ ਜਿੰਨੇ ਵੀ ਉਹਦੇ 'ਚ ਮਟੀਰੀਅਲ ਆਉਂਦੇ ਲਾਈਕ ਈਡੀਅਮਸ, ਸਿਨੋਨਿਮ ਔਰ ਵੋਕੈਬਲਰੀ ਵਰਡ ਔਰ ਮੋਰ ਓਵਰ, ਇੱਦਾਂ ਦੇ ਕਨੈਕਟਰ ਜਿਹੜਾ ਉਹ ਯੂਜ਼ ਕਰਨੇ ਹੁੰਦੇ ਆ। Okay, moreover, I enjoy his company as no one can feel mundane and stress in his company। कि मैनू ਉਹਦੀ कंपनी ਜਿਹੜੀ पसंद है, मैं हमेशा enjoy करता है। क्यों? क्योंकि ਉਹਦੀ कंपनी 'ਚ कोई भी बोर फील नहीं करता। mundane ਦਾ मतलब ਹੁੰਦਾ बोर फील करना, ना ही कोई टेंशन फील करता ਜਦੋਂ ਉਹਦੀ कंपनी ਦੇ ਵਿੱਚ ਹੁੰਦਾ है। There is no need of any other form of entertainment when he is with me। ਜਦੋਂ ਵੀ ਉਹ ਮੇਰੇ ਨਾਲ ਹੁੰਦਾ ਤਾਂ ਮੈਨੂੰ ਕਿਸੇ ਹੋਰ entertainment ਫਾਰਮ ਦੀ ਜ਼ਰੂਰਤ ਨਹੀਂ ਹੁੰਦੀ ਕਿ ਮਨੋਰੰਜਨ ਲਈ ਮੈਨੂੰ ਹੋਰ ਕੁਝ ਨਹੀਂ ਚਾਹੀਦਾ ਹੁੰਦਾ, ਕਿਉਂਕਿ ਉਹ ਮੇਰੇ ਨਾਲ ਹੁੰਦਾ ਹੈ। ਐਜ਼ ਹੀ ਇਜ਼ ਅ ਬੈਰਲ ਆਫ ਲਾਫ, ਬੈਰਲ ਆਫ ਲਾਫ ਇੱਥੇ ਅਗੇਨ ਸਾਡੇ ਕੋਲ ਇੱਕ ਈਡੀਅਮ ਹੈਗਾ ਜਿਹਦਾ ਮਤਲਬ ਹੁੰਦਾ ਵੈਰੀ ਫਨੀ ਪਰਸਨ। क्योंकि वो बैरल ऑफ लाफ है, मतलब वो बहुत ही फनी पर्सन है, इसलिए मैनू किसी होर चीज़ की जरूरत नहीं होती। इन स्पाइट ऑफ दिस ये साडा अगेन कनैक्टर है जिहदा मतलब हुंदा इस तो अलावा की है, ही हैज़ अ वेलकमिंग नेचर एज ही यूजली acquaintance with stranger because of which he became everyone's favorite in no time। ਉਹਦਾ ਕੀ, ਉਹਦਾ ਇੱਕ ਨੇਚਰ ਜਿਹੜਾ ਵੈਲਕਮਿੰਗ ਨੇਚਰ ਹੈਗਾ ਹੈ, मतलब ਕਿ ਉਹ ਹਮੇਸ਼ਾ ਸਾਰਿਆਂ ਨੂੰ ਬੜੇ ਪਿਆਰ ਦੇ ਨਾਲ ਮਿਲਦਾ ਹੈ, ਬੜੀ ਉਹਨਾਂ ਦੀ ਆਓ ਭਗਤ ਕਰਦਾ ਹੈ, ਮਹਿਮਾਨ ਨਵਾਜੀ ਵਾਲਾ ਉਹਦਾ ਨੇਚਰ ਹੈਗਾ। ਐਜ਼ ਹੀ ਯੂਜ਼ਲੀ acquaintance ਦਾ ਮਤਲਬ ਹੁੰਦਾ ਜਾਣ ਪਛਾਣ ਕਰਨਾ। ਵਿਦ ਸਟ੍ਰੇਂਜਰ, ਉਹ ਜਿਹੜੇ ਅਜਨਬੀ ਹੁੰਦੇ ਨੇ ਉਹਨਾਂ ਨਾਲ ਵੀ ਜਾਣ ਪਛਾਣ ਕਰਦਾ ਹੈ, ਜਿਹਦੇ ਕਰਕੇ ਕੀ ਹੁੰਦਾ ਹੈ, ਬਿਕੋਜ਼ ਆਫ ਵਿਚ, ਜਿਹਦੇ ਕਰਕੇ ਕੀ ਹੀ ਬਿਕੇਮ एवरीवन's फेवरेट इन नो टाइम। नो टाइम ਦਾ ਮਤਲਬ ਬਹੁਤ ਥੋੜਾ ਸਮਾਂ, ਕਿ ਉਹ ਥੋੜੇ ਸਮੇਂ ਦੇ ਵਿੱਚ ਹੀ ਸਾਰਿਆਂ ਦਾ ਫੇਵਰਟ ਬਣ ਜਾਂਦਾ ਹੈ। ਉਸ ਤੋਂ ਨੈਕਸਟ ਅਸੀਂ ਕਰਾਂਗੇ whenever we are free and sitting together he always start bending my ear about topic of sports। ਜਦੋਂ ਵੀ ਅਸੀਂ ਫ੍ਰੀ ਹੁੰਦੇ ਆ ਤਾਂ ਇਕੱਠੇ ਬੈਠਦੇ ਆ ਤਾਂ ਉਹ ਹਮੇਸ਼ਾ ਮੇਰੇ ਨਾਲ ਗੱਲਾਂ ਕਰਨੀਆਂ ਸ਼ੁਰੂ ਕਰ ਦਿੰਦਾ, ਕਿਹੜੇ ਟੌਪਿਕ ਤੇ? ਸਪੋਰਟਸ ਦੇ ਟੌਪਿਕ ਤੇ। ਬੈਂਡਿੰਗ ਮਾਈ ਏਅਰ ਇੱਥੇ ਸਾਡੇ ਕੋਲ ਇੱਕ ਈਡੀਅਮ ਹੈਗਾ ਜਿਹਦਾ ਮਤਲਬ ਇਹ ਹੁੰਦਾ ਕਿ ਜਦੋਂ ਕੋਈ ਇੱਕ ਪਰਸਨ ਕਿਸੇ ਚੀਜ਼ ਬਾਰੇ ਦੂਸਰੇ ਪਰਸਨ ਨੂੰ ਦੱਸ ਰਿਹਾ ਹੋਵੇ ਤੇ ਉਹਨੂੰ ਇਹ ਲੱਗ ਰਿਹਾ ਹੋਵੇ ਕਿ ਇਹ ਚੀਜ਼ ਬੜੀ ਇੰਪੋਰਟੈਂਟ ਹੈ ਮੇਰੇ ਲਈ ਦੂਜੇ ਪਰਸਨ ਨੂੰ ਦੱਸਣੀ, ਬਟ ਨੈਕਸਟ ਪਰਸਨ ਜਿਹੜਾ ਉਹਦੇ 'ਚ ਇੰਟਰਸਟਡ ਨਾ ਹੋਵੇ, ਉਹਨੂੰ ਲੱਗਦਾ ਹੋਵੇ ਕਿ ਇਹ ਯੂਜ਼ੇਬਲ ਥਿੰਗ ਨਹੀਂ ਹੈਗੀ, ਯੂਜ਼ੇਬਲ ਟਾਕ ਨਹੀਂ ਹੈਗੀ, ਔਰ ਉਹਨੂੰ ਇਹ ਬੋਰਿੰਗ ਜਿਹਾ ਲੱਗ ਰਿਹਾ ਹੈ, ਉਦੋਂ ਅਸੀਂ ਇਹ ਈਡੀਅਮ ਯੂਜ਼ ਕਰਦੇ ਹਾਂ ਬੈਂਡਿੰਗ ਮਾਈ ਏਅਰ। ਕਿ मतलब ਉਹ ਹਮੇਸ਼ਾ ਉਸ ਟੌਪਿਕ ਬਾਰੇ ਗੱਲ ਕਰਦਾ ਸੀ ਜਿਹੜਾ ਮੇਰੇ ਵਾਸਤੇ ਕਈ ਵਾਰ ਜਿਹੜਾ ਇਰੀਟੇਟਿੰਗ ਹੁੰਦਾ ਸੀਗਾ। ਬਿਸਾਈਡ ਦਿਸ ਹੀ ਇਜ਼ ਐਨ ਐਮੀਏਬਲ ਪਰਸਨੈਲਿਟੀ ਜਾਂ ਐਮੀਏਬਲ ਪਰਸਨ। ਇਸ ਤੋਂ ਇਲਾਵਾ ਉਹ ਕੀ ਸੀਗਾ, ਇੱਕ ਐਮੀਏਬਲ ਪਰਸਨ ਸੀਗਾ ਜਾਂ ਐਮੀਏਬਲ ਪਰਸਨੈਲਿਟੀ ਸੀ ਕਹਿ ਸਕਦੇ ਹਾਂ, मतलब लवेबल ਜਿਹੜਾ ਪਸੰਦ ਕੀਤਾ ਜਾਂਦਾ ਹੈ। ਐਂਡ ਆਲਵੇਜ਼ ਔਨ ਦ ਐਜ ਟੂ ਹੈਲਪ ਅਦਰ, ਔਰ ਹਮੇਸ਼ਾ ਉਹ ਕੰਢੇ ਤੇ ਰਹਿੰਦਾ। ਆਲਵੇਜ਼ ਔਨ ਦ ਐਜ ਦਾ ਕਹਿਣ ਦਾ ਮਤਲਬ ਕਿ ਉਹ ਹਮੇਸ਼ਾ ਦੂਜਿਆਂ ਦੀ ਮਦਦ ਦੇ ਲਈ ਤਿਆਰ ਰਹਿੰਦਾ ਹੈ। ਟੂ ਕੱਟ ਦ ਲੌਂਗ ਸਟੋਰੀ ਸ਼ਾਰਟ, ਇਹ ਅਸੀਂ ਹਮੇਸ਼ਾ ਈਡੀਅਮ ਇੱਕ ਫਰੇਜ਼ ਦੇ ਤੌਰ ਤੇ ਅਸੀਂ ਯੂਜ਼ ਕਰਦੇ ਹਾਂ।
ਟੂ ਕੱਟ ਦਾ ਲੌਂਗ ਸਟੋਰੀ ਸ਼ਾਰਟ ਕਿ ਜਿੰਨਾ ਵੀ ਹੁਣ ਮੈਂ ਤੱਕ ਕਿਹਾ ਹੈ ਇਹਨੂੰ ਛੋਟਾ ਕਰਨ ਦੇ ਲਈ ਹੀ ਇਜ਼ ਅ loquacious person whom I know। ਉਹ ਇੱਕ loquacious person ਹੈਗਾ ਜਿਹਨੂੰ ਮੈਂ ਜਾਣਦਾ। loquacious ਦਾ ਮਤਲਬ ਹੁੰਦਾ ਟਾਕੇਟਿਵ, ਜਿਹੜਾ ਤੁਹਾਨੂੰ ਮੈਂ ਸਟਾਰਟਿੰਗ ਤੇ ਦੱਸਿਆ ਸੀ। ਸੋ ਇਹ ਸੀ ਸਾਡਾ ਅੱਜ ਦਾ ਕਿਊ ਕਾਰਡ ਕਿ ਅਸੀਂ ਇੱਕ ਟਾਕੇਟਿਵ ਪਰਸਨ ਬਾਰੇ ਗੱਲ ਕਰਨੀ ਸੀ ਕਿ ਉਹ ਪਰਸਨ ਕਿਵੇਂ ਦਾ ਆ, ਕੌਣ ਆ, ਤੁਸੀਂ ਉਹਨੂੰ ਕਿਵੇਂ ਜਾਣਦੇ ਹੋ ਤੇ ਤੁਸੀਂ ਉਹਨੂੰ ਪਸੰਦ ਕਰਦੇ ਹੋ। ਫਸਟ ਕੁਐਸਚਨ ਸੀ ਉਹ ਕੌਣ ਆ, ਅਸੀਂ ਨਾਮ ਲਿਆ ਕਿ ਉਹ ਇੱਥੇ ਪਵਨ ਆ, ਮੇਰਾ ਫਰੈਂਡ ਹੈਗਾ ਆ। ਤੁਸੀਂ ਕਿਵੇਂ ਜਾਣਦੇ ਹੋ? ਤੁਸੀਂ ਕਿਹਾ ਕਿ ਮੈਂ ਇਹਨੂੰ ਚਾਈਲਡਹੁੱਡ ਤੋਂ ਜਾਣਦਾ ਕਿਉਂਕਿ ਉਹ ਸੇਮ ਲੋਕੈਲਿਟੀ ਦੇ ਵਿੱਚ ਰਹਿੰਦਾ ਜਿੱਥੇ ਮੈਂ ਰਹਿੰਦਾ ਆ ਔਰ ਅਸੀਂ ਇਕੱਠੇ ਪੜ੍ਹੇ ਆ ਤੇ ਹੁਣ ਵੀ ਬੈਸਟ ਫਰੈਂਡ ਹੈਗੇ ਆ। ਥਰਡ ਸਾਡਾ ਕੁਐਸਚਨ ਸੀਗਾ ਕਿ ਤੁਸੀਂ ਉਹਨੂੰ ਪਸੰਦ ਕਰਦੇ ਹੋ। ਉਹ ਵੀ ਅਸੀਂ ਦੱਸਦਾ ਪਸੰਦ ਕਰਦੇ ਕਿਉਂਕਿ ਉਹ ਇੰਟੈਲੀਜੈਂਟ ਆ, ਮੈਨੂੰ ਉਹਦੇ ਨਾਲ ਟਾਈਮ ਸਪੈਂਡ ਕਰਨਾ ਵਧੀਆ ਲੱਗਦਾ ਹੈ। ਜਦੋਂ ਮੇਰੇ ਨਾਲ ਹੁੰਦਾ ਤਾਂ ਮੈਨੂੰ ਕਿਸੇ ਵੀ ਦੂਸਰੀ ਚੀਜ਼ ਦੀ ਲੋੜ ਨਹੀਂ ਹੁੰਦੀ। ਹੁਣ ਦੇਖੋ ਅਸੀਂ ਕਿਹੜੇ ਈਡੀਅਮ ਅੱਜ ਇੱਥੇ ਕਵਰ ਕੀਤੇ ਆ। ਜਿਵੇਂ ਅਸੀਂ ਇੱਕ ਈਡੀਅਮ ਕਵਰ ਕੀਤਾ ਬੈਂਡਿੰਗ ਮਾਈ ਈਅਰ। ਇੱਕ ਸਾਡਾ ਈਡੀਅਮ ਸੀਗਾ ਜੈਕ ਆਫ ਆਲ ਟ੍ਰੇਡਸ, ਮੀਨਸ ਮਲਟੀ ਟੈਲੈਂਟਡ ਹੈਗਾ ਆ। ਔਰ ਇੱਕ ਸਾਡਾ ਈਡੀਅਮ ਸੀਗਾ ਬੈਰਲ ਆਫ ਲਾਫ, ਮੀਨਸ ਉਹ ਫਨੀ ਪਰਸਨ ਹੈਗਾ ਸੀਗਾ। ਔਰ ਇਹ ਸਾਡੇ ਅੱਜ ਦੇ ਈਡੀਅਮ ਸੀਗੇ। ਔਰ ਇਸ ਤੋਂ ਇਲਾਵਾ ਜਿਹੜੇ ਸਾਡੇ ਵੋਕੈਬਲਰੀ ਵਰਡ ਸੀ ਉਹ ਸਾਡੇ ਅੱਜ ਬਹੁਤ ਸਾਰੇ ਸੀਗੇ। ਜਿਵੇਂ ਪਹਿਲਾ ਹੈਗਾ ਸੀਗਾ ਐਗ ਹੈਡਡ, ਦੈਨ ਸੀਗਾ ਬਿਜ਼ੀ ਬੀ, ਉਸ ਤੋਂ ਇਲਾਵਾ ਸੀਗਾ ਇੰਟਰੋਵਰਟ, extrovert, ambivert, chatterbox, loquacious, garrulous, blabbermouth, motormouth, and chatty person, and ਉਸ ਤੋਂ ਇਲਾਵਾ ਸੀਗਾ and acquaintance। ਸੋ ਇਹ ਸੀ ਸਾਡੇ ਅੱਜ ਦੇ ਈਡੀਅਮ ਐਂਡ ਸਾਡੇ ਅੱਜ ਦੇ ਵੋਕੈਬਲਰੀ ਵਰਡ ਜਿਹੜੇ ਆ ਜਿਵੇਂ ਕਵਰ ਅਪ ਕੀਤੇ ਆ। ਹੋਪ ਤੁਹਾਨੂੰ ਸਾਰਿਆਂ ਨੂੰ ਸਮਝ ਆਇਆ ਹੋਵੇਗਾ ਔਰ ਸਾਨੂੰ ਅੱਜ ਬਹੁਤ ਸਾਰੇ ਨਿਊ ਵਰਡ ਸਿੱਖਣ ਨੂੰ ਮਿਲੇ ਆ। ਕੋਸ਼ਿਸ਼ ਕਰਿਆ ਕਰੋ ਜਿਹੜੇ ਵੀ ਨਿਊ ਵਰਡ ਤੁਸੀਂ ਸਿੱਖਦੇ ਹੋ ਉਹਨੂੰ ਰਾਈਟ ਡਾਊਨ ਕਰ ਲਿਆ ਕਰੋ ਕਿਉਂਕਿ ਇਹ ਤੁਹਾਡੇ ਤੇ ਹੀ ਆ ਕਿ ਤੁਸੀਂ ਉਹਨੂੰ ਕਿਵੇਂ ਆਪਣੀ ਸਪੀਕਿੰਗ ਦੇ ਵਿੱਚ ਲੈ ਕੇ ਆਉਂਦੇ ਹੋ। ਇਹ ਤੁਹਾਡੇ ਤੇ ਡਿਪੈਂਡ ਹੈ ਕਿ ਤੁਸੀਂ ਕਿਵੇਂ ਈਡੀਅਮ ਕਿਹੜੀ ਸੂਟੇਬਲ ਪਲੇਸ ਤੇ ਲਗਾਉਣਾ ਹੈਗਾ। ਅਗਰ ਤੁਸੀਂ ਪ੍ਰੈਕਟਿਸ ਕਰੋਗੇ ਆਬਵੀਅਸਲੀ ਕਿ ਇਹਨੇ ਕੈਪੇਬਲ ਹੋ ਜਾਓਗੇ ਕਿ ਕਿੱਥੇ ਕਿਹੜਾ ਈਡੀਅਮ ਲੱਗਣਾ ਹੈ, ਕਿਵੇਂ ਲੱਗਣਾ ਹੈ। ਹੋਪ ਤੁਹਾਨੂੰ ਸਾਰੀ ਵੀਡੀਓ ਵਧੀਆ ਲੱਗੀ ਹੋਏਗੀ, ਸਾਰਾ ਕੁਝ ਸਮਝ ਆਇਆ ਹੋਏਗਾ। ਫਿਰ ਵੀ ਕਿਸੇ ਨੂੰ ਕੋਈ ਪ੍ਰੋਬਲਮ ਆ ਤਾਂ ਉਹ ਸਾਨੂੰ ਕਮੈਂਟ ਬਾਕਸ ਦੇ ਵਿੱਚ ਮੈਸੇਜ ਕਰਕੇ ਦੱਸ ਸਕਦਾ ਹੈ। ਸੋ ਥੈਂਕ ਯੂ ਸੋ ਮਚ, ਹੈਵ ਅ ਨਾਈਸ ਡੇ।